डेली पोस्ट पंजाबी देख रहे सारे दर्शकों का मैं सिमरनजीत सिंह लवली बहुत बहुत स्वागत करदा हाँ। दोस्तों कैनेडा दे विच अजकल एक बहुत ही मुद्दा सुर्खियां दे विच है, एक बहुत ही मुद्दा भखिया होया। वो ये मुद्दा है कि जिहड़े भी इत्थे वर्क परमिट ते रिफ्यूजी स्टेटस ते जां स्टूडेंट वर्क परमिट ते स्टूडेंट तो बाद जिन्हां ने पोस्ट ग्रैजुएशन तो बाद जिन्हां ने वर्क परमिट हासिल किया, उन्हां दी ये मंग उठी हुई है कि उन्हां नूं जल्द तो जल्द PR स्टेटस दिता जाए, जाने कि कच्चियां तो पक्के किया जाए। कोविड-19 दौरान कुछ सरकार ने अहम फैसले लए जिहदे क्यूबैक सरकार ने फ्रंट लाइन ते ਜਿਹੜੇ ਬੰਦੇ ਕੰਮ ਕਰਦੇ ਸੀ, जिन्हां विच नर्सिस सी जां ट्रक ड्राइवर सी, उन्हां नूं हाल ही दे विच पक्के करन दा जिहड़ा ऐलान कीता। इसे ही तर्ज के आधार के उत्ते होप वैलफेयर सोसाइटी एक होंद विच आई है। उन्होंने ये गल कीती है, उन्होंने मंग की है सरकार पासों कि जिहड़े इस भयानक बीमारी के समय दौरान जिहड़े ये सारे वर्क परमिट होल्डर आ जां जिहड़े स्टूडेंट वर्क परमिट स्टूडेंट तो बाद जिन्होंने वर्क परमिट हासिल किया जां जिहड़े रिफ्यूजी स्टेटस ते आ उन्हां नूं पक्के किया जाए। साडे नाल होप वैलफेयर सोसाइटी तो सरदार जसविंदर सिंह हुणी, आपां इन्हां नाल गलबात करांगे कि इन्हां दीयां प्रमुख मंगां ते क्यों ये जिहड़ी संस्था होंद विच आई है ते किवें किवें इन्हां दी जिहड़ी शुरुआत हुई है। जसविंदर सिंह जी, पहलां तां डेली पोस्ट विच तुहाडा बहुत बहुत स्वागत है। तो ये जिहड़ा तुहाडा होप वैलफेयर सोसाइटी वालों जिहड़ी तुसीं हुण ओपनिंग कीती है, इस गल दी मंग कर रहे हो, ये क्यों कीती है, क्यों ये गल्लां सारियां होंद विच आईयां? डेली पोस्ट का पहला समुची टीम का बहुत बहुत धन्यवाद जी तुहाडा। सो बहुत जी है साडा एक मिशन शुरू करने का कारण सीगा कि आ कोरोना वायरस करके प्रॉब्लम आईयां, जिवें वर्क परमिट होल्डर स्टूडेंट जां रिफ्यूजी इन्हां दे हर साल बाद या 2 साल बाद डॉक्यूमेंट अपडेट होंदी आ। सो इस करके जिहड़ा हुण प्रॉब्लम सीगी, बहुतियां दे डॉक्यूमेंट खत्म हो गए, एक्सपायर हो गए, अपडेट करने वास्ते भेजे गए 8-9 महीने कईयां नूं हो गए। फिर ਉਹਦੇ वास्ते प्रॉब्लम आईयां ਹੁੰਦੀਆਂ ਸੀਗੀਆਂ, ਕਈਆਂ ਦੇ MSP कवर नहीं ਹੁੰਦੇ, ਕਈਆਂ ਦੇ ਬੱਚੇ ਫੈਮਲੀਆਂ ਇੱਥੇ ਬੈਠੀਆਂ ਨੇ 5-5 700 ਵਿੱਚ ਬੈਠੇ ਆ, ਉਹ ਫੈਮਲੀਆਂ ਦੇ ਬੱਚੇ ਸਕੂਲਾਂ 'ਚ ਜਾਣ ਵਾਸਤੇ ਪ੍ਰੋਬਲਮ ਉਹਨਾਂ ਦੀ ਅਪਡੇਟ ਨਹੀਂ ਹੈਗਾ ਜਾਂ ਲਾਇਸੈਂਸ ਨਿਊ ਕਰਾਉਣਾ, ਉਹਦੇ ਵਾਸਤੇ ਵੀ ਉਹ ਪਹਿਲਾਂ ਮੰਗਦੇ ਆ ਕਿ ਪਹਿਲਾਂ ਸਾਨੂੰ ਸਟੇਟਸ ਦਿਓ ਆਪਣਾ ਕੀ ਹੈ ਤਾਂ ਉਹ ਲਾਇਸੈਂਸ ਓਪਨ ਹੁੰਦੇ ਆ। ਇਸ ਕਰਕੇ ਇੱਕ ਆਵਾਜ਼ ਸੀ ਜਿਹੜੀ ਕਿ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦਾ ਹੈ, ਇੱਕ ਪਟੀਸ਼ਨ ਦੇ ਰੂਪ ਦੇ ਵਿੱਚ ਅਸੀਂ ਆਵਾਜ਼ ਸਾਰਿਆਂ ਦੀ ਸ਼ੁਰੂ ਕੀਤੀ ਆ, ਜਿਹਦੇ ਵਿੱਚ ਅਸੀਂ ਬਹੁਤ ਵਧੀਆ ਇੱਥੇ ਗੁਰਦੁਆਰਾ ਸਰੀ ਦੇ ਜਿੰਨੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਰਿਕੁਐਸਟ ਕੀਤੀ ਸੀ, ਉਹਨਾਂ ਨੇ ਸਾਨੂੰ ਲੋਕੇਸ਼ਨ ਦਿੱਤੀ। ਅਸੀਂ ਉਹਨਾਂ ਲੋਕੇਸ਼ਨਾਂ 'ਤੇ ਜਾ ਕੇ ਜਦੋਂ ਉਹਨਾਂ ਨੇ ਸਾਡੇ ਨਾਲ ਬੜਾ ਸਾਥ ਦਿੱਤਾ ਤਾਂ ਅਸੀਂ ਪਬਲਿਕ ਦੇ ਕੋਲੋਂ ਸਾਈਨ ਕਰਾਉਣੇ ਸ਼ੁਰੂ ਕੀਤੇ ਤਾਂ ਬਹੁਤ ਵੱਡੇ ਪੱਧਰ 'ਤੇ ਸਾਨੂੰ ਸਪੋਰਟ ਮਿਲੀ। ਖਾਸ ਕਰਕੇ ਸਾਨੂੰ ਜਿੱਥੇ ਵਰਕ ਪਰਮਿਟ ਹੋਲਡਰ ਸਟੂਡੈਂਟ ਜਾਂ ਜਿਹੜੇ ਰਿਫਿਊਜੀ ਸੀ ਉਹਨਾਂ ਦੇ ਤਾਂ ਸਾਈਨ ਕਰਨੇ ਸੀ, ਨਾਲ ਸਾਨੂੰ ਸਿਟੀਜ਼ਨ ਤੇ PR ਨੇ ਵੀ ਆ ਕੇ ਸਾਈਨ ਕਰਕੇ ਔਰ ਗੋਰਿਆਂ ਨੇ ਆ ਕੇ ਖੁਦ ਆ ਕੇ ਸਾਈਨ ਕਰਕੇ ਸਾਨੂੰ ਸਪੋਰਟ ਕੀਤੀ, ਜਿਹਦੇ ਵਿੱਚ 4000 ਤੋਂ ਪਲੱਸ ਸਾਈਨ ਹੋ ਚੁੱਕੇ ਨੇ। ਤੇ ਇਸ ਤੋਂ ਬਾਅਦ ਜਦੋਂ ਕਿ ਸਾਈਨ ਸਾਡੇ ਤਕਰੀਬਨ 1.5 ਮਹੀਨੇ ਦੇ ਵਿੱਚ ਸਾਡੇ ਹੋਏ, ਉਸ ਤੋਂ ਬਾਅਦ ਪਲੱਸ ਅਸੀਂ ਆਵਾਜ਼ ਜਿਹੜੀ ਸਾਡੀ ਪੂਰੀ ਕੈਨੇਡਾ ਵਿੱਚ ਗਈ ਤੇ ਜਿਹੜੇ ਟਰੱਕ ਡਰਾਈਵਰ ਵੀਰ ਸੀ ਉਹਨਾਂ ਨੇ ਚੱਲਦਾ ਸੀਗਾ ਕਿ ਜਿਹੜਾ ਕਈ ਵਾਰੀ ਅਮਰੀਕਾ ਚਲੇ ਜਾਂਦੇ ਨੇ, ਕਈ ਵਾਰੀ ਟੋਰਾਂਟੋ ਚਲੇ ਜਾਂਦੇ ਨੇ, ਇਸ ਕਰਕੇ ਉਹਨਾਂ ਦੀ ਆਵਾਜ਼ ਸੀ ਕਿ ਅਸੀਂ ਵੀ ਇਹ ਸਾਈਨ ਕਰਨਾ ਚਾਹੁੰਦੇ ਹਾਂ। ਬੜੀ ਤਕਲੀਫ ਵਿੱਚ ਆ, ਜੋ ਕਿ ਉਹਨਾਂ ਦੀ ਵੀ ਬੜੀਆਂ ਪ੍ਰੋਬਲਮਾਂ ਕੋਰੋਨਾ ਵਾਇਰਸ ਦੇ ਵਿੱਚ ਕੰਮ ਕਰ ਰਹੇ ਨੇ ਤੇ ਕਰ ਰਹੇ ਸੀ, ਕਈ ਬੈਠ ਕੇ ਨੇ, ਕਈਆਂ ਦੀ ਜੋਬ ਖਤਮ ਹੋ ਗਿਆ, ਸਟੇਟਸ ਖਤਮ ਹੋ ਗਿਆ, ਇਸ ਕਰਕੇ ਉਹਨਾਂ ਦੀਆਂ ਪ੍ਰੋਬਲਮ ਆਈਆਂ। ਤੇ ਉਹਨਾਂ ਇਸ ਕਰਕੇ ਸਾਨੂੰ ਅਸੀਂ ਇਹਨੂੰ ਹੁਣ ਔਨਲਾਈਨ ਕਰ ਦਿੱਤਾ ਗਿਆ 18 ਅਗਸਤ ਨੂੰ, ਤੇ ਇਹਦੇ ਹੁਣ ਸਟਿਲ ਆਲਰੇਡੀ ਚੱਲ ਰਹੀ ਆ ਜਿਹੜੀ ਕਿ 12000 ਪਲੱਸ ਜਿਹੜੀ ਉਹਦੇ 'ਤੇ ਔਨਲਾਈਨ ਵੀ ਸਾਨੂੰ ਹੋ ਚੁੱਕੇ ਨੇ। ਤੇ ਅਸੀਂ ਇਹਨੂੰ ਹੁਣ ਜਿਹੜਾ ਅਗਲਾ ਸਾਡਾ ਸਟੈਪ ਸੀਗਾ ਕਿ ਅਸੀਂ ਇਹਨੂੰ 25 ਅਗਸਤ ਰੱਖਿਆ ਸੀਗਾ ਲਾਸਟ, ਇਹਨੂੰ ਅਸੀਂ ਕਿ ਜਿਹੜਾ ਸੈਸ਼ਨ ਸੀ ਪਾਰਲੀਮੈਂਟ ਵਿੱਚ ਬੈਠਣਾ ਉਹ ਸੀਗਾ ਨੈਕਸਟ ਮੰਥ ਦੇ ਫਸਟ ਵੀਕ ਆਈ ਥਿੰਕ ਚੱਲਣਾ ਸੀਗਾ, ਤੇ ਅਸੀਂ ਇਹਨੂੰ 25 ਅਗਸਤ ਤੱਕ ਰੱਖਿਆ ਸੀ ਔਨਲਾਈਨ ਵੀ। ਸਾਰੇ ਜਿਹੜੇ ਡਾਕੂਮੈਂਟ ਸਾਰੇ ਜਿੰਨੇ ਆਪਣੇ DC ਦੇ MP ਆ, DC ਦੇ MPਆਂ ਨੂੰ ਅਸੀਂ ਇਹ ਸਬਮਿਟ ਕਰ ਦਾਂਗੇ। ਬਟ ਹੁਣ ਸਾਨੂੰ ਨਿਊਜ਼ ਦਾ ਪਤਾ ਲੱਗਿਆ ਕਿ ਜਿਹੜੀ ਸੈਸ਼ਨ ਆ ਉਹ ਲੇਟ ਹੋ ਗਿਆ ਆ ਪਾਰਲੀਮੈਂਟ ਦਾ, ਤੇ 23 ਤਰੀਕ ਨੂੰ ਅੱਜ ਮੈਂ ਇੱਕ ਪਾਰਲੀਮੈਂਟ ਦੇ ਬਿਆਨ ਸੁਣੇ ਸੀਗੇ। ਇਸ ਕਰਕੇ ਅਸੀਂ ਇਹਨੂੰ ਫੈਸਲਾ ਲਿਆ ਕਿ ਇਹਨੂੰ ਅਸੀਂ 25 ਤੋਂ ਜਿਹੜੀ ਔਨਲਾਈਨ ਆ ਨਹੀਂ ਹਟਾਵਾਂਗੇ, ਇਹ ਲਗਾਤਾਰ ਚੱਲਦੀ ਰਹੂਗੀ। ਜਿਹੜੇ ਸਾਡੇ ਕੋਲ ਮੈਨੂਅਲ ਸਾਡੀਆਂ ਪਟੀਸ਼ਨਾਂ ਸਾਈਨ ਹੋਈਆਂ ਪਈਆਂ 4000 ਉਹ ਅਸੀਂ ਹੈਂਡਓਵਰ ਜ਼ਰੂਰ ਇਹਨਾਂ ਨੂੰ ਕਰਾਂਗੇ, ਜਿਹੜੇ ਸਾਨੂੰ ਟਾਈਮ ਦਿੰਦੇ ਜਾਣਗੇ। ਇੱਕ ਸਾਨੂੰ ਸਰਾਏ ਸਾਹਿਬ ਦਾ ਜ਼ਰੂਰ ਮੈਸੇਜ ਆਇਆ ਵਾ ਕਿ ਉਹਨਾਂ ਨੇ ਸਾਨੂੰ ਟਾਈਮ ਦੇ ਦਿੱਤਾ 27 ਅਗਸਤ ਨੂੰ ਦੁਪਹਿਰੇ 1 ਵਜੇ, ਉਹ ਅਸੀਂ ਉਹਨਾਂ ਨੂੰ ਸਬਮਿਟ ਕਰ ਦੇਣੀ ਆ। ਤੇ ਔਨਲਾਈਨ ਜਿੰਨੇ ਪਟੀਸ਼ਨ ਸਾਡੇ ਕੋਲ ਸਾਈਨ ਹੋਏ ਹੋਣਗੇ ਉਹ ਵੀ ਅਸੀਂ ਉਹਨਾਂ ਨੂੰ ਦੱਸ ਦੇਣਾ ਹੈ ਕਿ ਸਾਨੂੰ ਕਿੰਨਾ ਸਰਾ ਹੋ ਜਾਏਗਾ ਜੀ। ਤੁਸੀਂ ਦੱਸ ਸਕਦੇ ਹੋ ਸਾਡੇ ਦਰਸ਼ਕਾਂ ਨੂੰ ਵੀ ਤੁਹਾਨੂੰ ਮੈਨੂਅਲ ਜਿਹੜੀ ਤੁਸੀਂ ਪਟੀਸ਼ਨ ਪਹਿਲਾਂ ਸਾਈਨ ਕਰਵਾਈ ਆ, ਉਹਦੇ ਵਿੱਚ ਤੁਸੀਂ ਦੱਸ ਰਹੇ ਹੋ ਵੀ 4000 ਵਿਅਕਤੀਆਂ ਨੇ ਸਾਈਨ ਕੀਤੇ, 4000 ਵਰਕ ਪਰਮਿਟ ਹੋਲਡਰ ਸੀ, ਸਟੂਡੈਂਟ ਸੀ ਜਾਂ ਰਿਫਿਊਜੀ ਸੀ। ਤੁਸੀਂ ਦੱਸ ਸਕਦੇ ਹੋ ਵੀ ਸਾਨੂੰ ਇਹ ਇੰਨੀ ਜ਼ਰੂਰਤ ਕਿਉਂ ਪਈ ਵੀ ਅਸੀਂ ਇਹਨੂੰ ਮੈਨੂਅਲ ਤੋਂ ਔਨਲਾਈਨ ਕੀਤਾ? ਜਾਂ ਇਹਦੇ ਕਾਰਨ ਸੀਗਾ ਇਹੀ ਕਿ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਾ ਕਿ ਜਿੱਦਾਂ ਟਰੱਕ ਡਰਾਈਵਰ ਜਾਂ ਬਾਕੀ ਸਟੇਟਾਂ ਦੇ ਵਿੱਚੋਂ ਬਹੁਤ ਜ਼ਿਆਦੀਆਂ ਕਾਲਾਂ ਆਉਂਦੀਆਂ ਸੀ ਸਾਨੂੰ, ਕਿ ਉਹ ਕਾਲਾਂ ਆਉਣ ਕਰਕੇ ਅਸੀਂ ਉਹਨੂੰ ਫਿਰ ਇੰਨੀ ਦੂਰ ਤੱਕ ਅਸੀਂ ਜਾ ਨਹੀਂ ਸੀ ਸਕਦੇ। ਸੋ ਇਸ ਕਰਕੇ ਰੀਜ਼ਨ ਸੀ ਸਾਡਾ ਇਹਨੂੰ ਔਨਲਾਈਨ ਕਰਨ ਦਾ, ਕਿ ਤਾਂ ਕਿ ਜਿਹੜੇ ਬਾਕੀ ਸਾਰੇ ਸਾਈਨ ਕਰ ਸਕਣ। ਓਕੇ,
ਤੁਸੀਂ ਗੱਲ ਕੀਤੀ ਆ ਵੀ ਇਹ ਜਿਹੜੀ ਗੱਲ ਸਰੀ ਤੋਂ ਉੱਠੀ ਪਹਿਲਾਂ ਸਭ ਤੋਂ ਸਰੀ ਦੇ ਤੁਸੀਂ ਐਜ਼ ਅ ਵਲੰਟੀਅਰ ਜਾਂ ਹੋਰ ਤੁਹਾਡੇ ਨਾਲ ਸਾਥੀ ਜੁੜੇ ਆ ਉਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਆ। ਹੁਣ ਤੁਸੀਂ ਦੱਸ ਰਹੇ ਹੋ ਵੀ ਸਾਰੇ ਕੈਨੇਡਾ ਭਰ ਦੇ ਵਿੱਚੋਂ ਜਿਹੜੀਆਂ ਵੱਖ-ਵੱਖ ਸੰਸਥਾਵਾਂ ਜਾਂ ਵੱਖ-ਵੱਖ ਜਿਹੜੇ ਵਰਕ ਪਰਮਿਟ ਹੋਲਡਰ ਆ ਉਹਨਾਂ ਨੇ ਇਸ ਪਟੀਸ਼ਨ ਨੂੰ ਸਾਈਨ ਕਰਨ ਦੀ ਜਿਹੜੀ ਗੱਲ ਕੀਤੀ ਆ। ਜਿਹੜੀ ਗੱਲ ਤੁਸੀਂ ਹੁਣ ਕੀਤੀ ਆ ਵੀ PR ਜਾਂ ਸਿਟੀਜ਼ਨ ਉਹਦੇ ਵਿੱਚ ਉਹ ਵੀ ਤੁਹਾਨੂੰ ਸਪੋਰਟ ਕਰ ਰਹੇ ਆ। ਜੇ ਉਹ ਸਪੋਰਟ ਨਾ ਕਰਨ ਫਿਰ ਕੀ ਹੋਊਗਾ ਜਾਂ ਆਪਾਂ ਨੂੰ ਉਹਨਾਂ ਦੀ ਸਪੋਰਟ ਦੀ ਕਿਉਂ ਜ਼ਰੂਰਤ ਆ? ਦੇਖੋ ਜੀ, ਬਹੁਤ ਚੰਗੀ ਗੱਲ ਹੈ ਤੁਹਾਡਾ ਸਵਾਲ। ਸਪੋਰਟ ਇਸ ਕਰਕੇ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ, ਕਿਉਂ ਕਰਕੇ ਉਹ ਇੱਥੇ ਦੇ ਸਿਟੀਜ਼ਨ ਨੇ, PR ਨੇ। ਅਸੀਂ ਇੱਥੇ ਜਿੰਨੇ ਵੀ ਵਰਕ ਪਰਮਿਟ ਹੋਲਡਰ ਜਾਂ ਆਪਣੇ ਸਟੂਡੈਂਟ ਜਾਂ ਰਿਫਿਊਜੀ ਇੱਥੇ ਆਏ ਨੇ, ਤੇ ਦੇਖੋ ਜੇ ਇਹਨਾਂ ਦੇ ਕੋਲ ਆਪਾਂ ਜੇ ਰੈਂਟ ਤੇ ਰਹਿੰਦੇ ਆ ਤੇ ਰੈਂਟ ਵੀ ਇਹਨਾਂ ਦੀ ਚੱਲਦੀਆਂ, ਮੌਰਗੇਜਾਂ ਚੱਲਦੀਆਂ ਜਾਂ ਗਰੋਸਰੀਆਂ ਦਾ ਸਿਸਟਮ ਆ, ਜਿੱਥੇ ਕਿਤੇ ਵੀ ਬੈਠੇ ਆ ਜਿਹੜੇ ਇੰਟਰਨੈਸ਼ਨਲ ਵਰਕਰ ਜਾਂ ਸਟੂਡੈਂਟ ਹਰ ਜਗ੍ਹਾ ਕੰਮ ਕਰਦੇ ਆ, ਤੇ ਸਾਨੂੰ ਇਸ ਟਾਈਮ ਤੇ ਇਹਨਾਂ ਦੀ ਲੋੜ ਹੈ ਕਿ ਸਾਡੀ ਹੈਲਪ ਕਰਨ ਲਈ, ਕਿ ਜ਼ਰੂਰ ਇਹ ਹੈਲਪ ਕਰਨ। ਸੋ ਇਸ ਕਰਕੇ ਕਰ ਵੀ ਰਹੇ ਨੇ ਕਿ ਉਹ ਬਹੁਤ ਜ਼ਿਆਦਾ, ਕਿ ਜਦੋਂ ਉਹਨਾਂ ਨੂੰ ਪੁੱਛੀਦਾ ਤੁਸੀਂ ਕਿਉਂ ਮਤਲਬ ਵੀ ਤੁਸੀਂ ਸਪੋਰਟ ਕਰਦੇ, ਕਹਿੰਦੇ ਹਾਂਜੀ ਤਾਂ ਸਾਡੇ ਬਹੁਤ ਜ਼ਿਆਦਾ ਸਾਡੀ ਇਹਨਾਂ ਦੀ ਹੈਲਪ ਮਿਲਦੀ ਹੈ। ਕਿ ਜਿਹੜੇ ਬਾਹਰੋਂ ਆਏ ਹੋਏ ਇਹਨਾਂ ਨੂੰ ਬੜਾ ਵੱਡੇ ਪੱਧਰ 'ਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ, ਅਸੀਂ ਦੇਖ ਰਹੇ ਹਾਂ, ਬੜੀਆਂ ਮਿਹਨਤਾਂ ਕਰਦੇ ਨੇ, ਹਾਰਡ ਵਰਕ ਕਰਦੇ ਨੇ, ਇਸ ਕਰਕੇ ਉਹ ਸਪੋਰਟ ਕਰਦੇ ਨੇ। ਬਹੁਤ ਅੰਪਲਾਇਰ ਵੀ ਲੈਟਰ ਸਾਡੇ ਕੋਲ ਪਏ ਨੇ, ਜਿਹੜਾ ਅੰਪਲਾਇਰਾਂ ਨੇ ਵੀ ਲੈਟਰ ਦਿੱਤੇ ਆ ਕਿ ਅਸੀਂ ਇਹਨਾਂ ਨੂੰ ਸਪੋਰਟ ਕਰਦੇ, ਤੁਸੀਂ ਇਹਨਾਂ ਨੂੰ ਪੱਕੇ ਕਰੋ। ਦਰਸ਼ਕੋ, ਹੋਪ ਵੈਲਫੇਅਰ ਸੁਸਾਇਟੀ ਹੋਂਦ ਵਿੱਚ ਆਈ। ਇਹਨਾਂ ਨੇ ਪ੍ਰਮੁੱਖ ਮੰਗ ਸਰਕਾਰ ਪਾਸੋਂ ਇਹੀ ਰੱਖੀ ਹੋਈ ਹੈ ਵੀ ਸਾਨੂੰ ਜਲਦ ਤੋਂ ਜਲਦ ਜਿਹੜਾ ਕੱਚਿਆਂ ਤੋਂ ਪੱਕਾ ਕੀਤਾ ਜਾਵੇ। ਸਾਡੇ ਨਾਲ ਹੋਰ ਵੀ ਇੱਥੇ ਸਾਥੀ ਵਲੰਟੀਅਰ ਜਿਹੜੇ ਮੌਜੂਦ ਆ। ਮਨਿੰਦਰ ਸਿੰਘ ਸਾਡੇ ਨਾਲ ਮੌਜੂਦ ਆ। ਇਹ ਸਾਨੂੰ ਦੱਸਣਗੇ। ਮਨਿੰਦਰ ਸਿੰਘ ਜੀ, ਸਾਨੂੰ ਪਹਿਲਾਂ ਇਹ ਦੱਸੋ ਵੀ ਜਿਹੜੀ ਆਪਾਂ ਆਨਲਾਈਨ ਹੁਣ ਪਟੀਸ਼ਨ ਕੀਤੀ ਆ, ਉਹਦੇ ਵਿੱਚ ਕੋਈ ਆਪਾਂ ਇਹ ਗੋਲ ਜਾਂ ਆਪਾਂ ਇਹ ਟੀਚਾ ਮਿੱਥਿਆ ਵਾ ਵੀ ਕਿੰਨੇ ਸਿਗਨੇਚਰ ਹੋਣੇ ਚਾਹੀਦੇ ਆ, ਜਾਂ ਸਰਕਾਰ ਵੱਲੋਂ ਕੋਈ ਇਦਾਂ ਦੀ ਮੰਗ ਜਾਂ ਕੋਈ ਡਿਮਾਂਡ ਹੈਗੀ ਆ ਵੀ ਆਪਣੇ ਕੋਲ ਇੰਨੇ ਸਿਗਨੇਚਰ ਹੋਣਗੇ ਫਿਰ ਹੀ ਆਪਾਂ ਸਰਕਾਰ ਕੋਲ ਆਪਾਂ ਆਨਲਾਈਨ ਪਟੀਸ਼ਨ ਨੂੰ ਲੈ ਕੇ ਜਾਵਾਂਗੇ? ਸਭ ਤੋਂ ਪਹਿਲਾਂ ਤਾਂ ਮੈਂ ਡੇਲੀ ਪੋਸਟ ਦੀ ਪੂਰੀ ਟੀਮ ਅਤੇ ਇਹਨਾਂ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਜੀ। ਉਸ ਤੋਂ ਬਾਅਦ ਜਿੱਦਾਂ ਤੁਸੀਂ ਮੈਨੂੰ ਪੁੱਛਿਆ ਜੀ, ਪਟੀਸ਼ਨ ਦਾ ਇਸ ਤਰ੍ਹਾਂ ਦਾ ਕੋਈ ਵੀ ਨਿਰਧਾਰਤ ਅੰਕੜੇ ਸਾਡੇ ਕੋਲ ਨਹੀਂ ਹੈਗੇ ਅਤੇ ਨਾ ਹੀ ਸਾਨੂੰ ਕੋਈ ਇਸ ਤਰ੍ਹਾਂ ਦੀ ਡਿਮਾਂਡ ਆਈ ਹੈ ਗਵਰਨਮੈਂਟ ਵੱਲੋਂ। ਜਿਵੇਂ ਸ਼ੁਰੂਆਤੀ 'ਚ ਅਸੀਂ ਦੱਸਿਆ ਸੀ, ਇੱਕ ਰਿਕੁਐਸਟਿੰਗ ਪਟੀਸ਼ਨ ਹੈ ਜੀ। ਹੁਣ ਜਿਹੜਾ ਨਿਊਜ਼ ਤੋਂ ਸੋਰਸਿਸ ਤੋਂ ਸਾਨੂੰ ਪਤਾ ਲੱਗ ਰਿਹਾ ਕਿ ਸੈਸ਼ਨਸ ਜਿਹੜੇ ਹੈਗੇ ਉਹ ਪੋਸਟਪੋਨ ਹੋ ਚੁੱਕੇ ਨੇ ਐਂਡ ਆਫ ਸੈਪਟੈਂਬਰ। ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਜਿਹੜੇ ਮੈਨੂਅਲ ਸਿਗਨੇਚਰਸ ਪਹਿਲਾਂ ਕਰਵਾਏ ਸੀ, ਸਾਡੇ ਕੋਲ 4000 ਪਲੱਸ ਹੋ ਚੁੱਕੇ ਨੇ। ਉਸ ਤੋਂ ਬਾਅਦ ਜੀ ਕਈ ਹੁਣ ਟਰੱਕ ਡਰਾਈਵਰਸ ਹੋ ਗਏ, ਟਰੱਕਰਸ ਹੋ ਗਏ, ਜਾਂ ਆਊਟ ਆਫ ਸਟੇਟ ਹੋ ਗਏ, ਤੋਂ ਦੂਸਰੀਆਂ ਪ੍ਰੋਵਿੰਸਿਸ ਤੋਂ ਹੋ ਗਏ, ਜਿਹੜੇ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦੇ ਨੇ। ਕਿਉਂਕਿ ਕੋਵਿਡ-19 ਦੇ ਸਾਰਿਆਂ 'ਤੇ ਇਫੈਕਟ ਪਿਆ ਜੀ। ਇਹ ਜੋ ਕੁਦਰਤੀ ਡਿਜ਼ਾਸਟਰ, ਨੈਚੁਰਲ ਡਿਜ਼ਾਸਟਰ ਹੋਇਆ ਵਾ, ਉਹਨਾਂ ਦੀ ਚੀਜ਼ ਨੂੰ ਦੇਖ ਕੇ, ਉਹਨਾਂ ਦੀ ਹਿੰਮਤ ਭਾਵਨਾ ਨੂੰ ਦੇਖਦੇ ਹੋਏ ਅਸੀਂ ਆਨਲਾਈਨ ਪਟੀਸ਼ਨ ਜੋ ਜਾਰੀ ਕੀਤੀ ਸੀ, ਜਿਹਦੇ ਵਿੱਚ ਵੀ ਅਸੀਂ ਆਲਰੇਡੀ ਸਾਡੇ ਕੋਲ 12000 ਪਲੱਸ ਹੋ ਚੁੱਕੀ ਹੈ। ਅਸੀਂ ਉਹ ਹਜੇ ਵੀ ਚੱਲ ਰਹੀ ਹੈ ਜੀ ਆਨਲਾਈਨ। ਹਰ ਕੋਈ ਇਹਦਾ ਹਿੱਸਾ ਬਣ ਸਕਦਾ। ਜਿਹੜੇ ਸਿਟੀਜ਼ਨ ਨੇ ਉਹ ਵੀ ਬਣ ਸਕਦੇ ਨੇ, ਜਿਨ੍ਹਾਂ ਦਾ ਅਸੀਂ ਬਹੁਤ ਦਿਨੋਂ ਧੰਨਵਾਦੀ ਹਾਂ ਕਿ ਆਲਰੇਡੀ ਉਹ ਕਰ ਵੀ ਰਹੇ ਨੇ। ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟਸ ਹੋ ਗਏ, ਵਰਕ ਪਰਮਿਟ ਹੋਲਡਰਸ ਹੋ ਗਏ, ਰਿਫਿਊਜੀਜ਼ ਹੋ ਗਏ, ਉਹ ਸਾਰੇ ਸਿਗਨੇਚਰਸ ਕਰ ਸਕਦੇ ਨੇ। ਅਸੀਂ ਸਿਰਫ ਇਹੀ ਜਿਹੜਾ ਸੈਸ਼ਨ ਪੋਸਟਪੋਨ ਹੋਇਆ, ਉਹਦੀ ਪ੍ਰੋਬਲਮ ਨੂੰ ਦੇਖਦੇ ਹੋਏ ਗਵਰਨਮੈਂਟ ਦੇ ਵੀ ਆਪਣੇ ਪਾਲਿਸੀਜ਼ ਨੇ, ਰੂਲਸ ਐਂਡ ਰੈਗੂਲੇਸ਼ਨਸ ਨੇ, ਜਿਨ੍ਹਾਂ ਨੂੰ ਸਾਨੂੰ ਦੇਖਣਾ ਚਾਹੀਦਾ, ਜਿਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ। ਉਸ ਚੀਜ਼ ਨੂੰ ਦੇਖ ਕੇ ਜਦੋਂ ਸਾਨੂੰ ਸਮਾਂ ਮਿਲੂਗਾ, ਅਸੀਂ ਇਸ ਚੀਜ਼ ਨੂੰ ਸਬਮਿਟ ਕਰਵਾਵਾਂਗੇ। ਦਰਸ਼ਕੋ, ਸਾਡੀ ਪੰਜਾਬੀ ਕਮਿਊਨਿਟੀ ਲੰਬੇ ਸਮੇਂ ਤੋਂ ਇੱਥੇ ਆਈ ਹੈ। ਉਹਨਾਂ ਨੇ ਵੱਖ-ਵੱਖ ਸ਼ਖਸੀਅਤਾਂ ਨੇ ਵੱਖ-ਵੱਖ ਪਹਿਲੂਆਂ 'ਤੇ ਇੱਥੇ ਆ ਕੇ ਆਪਣੀਆਂ ਪ੍ਰਾਪਤੀਆਂ ਕੀਤੀਆਂ। ਜਿਹਦੇ ਵਿੱਚ ਅਸੀਂ ਰਾਜਨੀਤੀ ਦੀ ਜੇ ਗੱਲ ਕਰੀਏ, ਰਾਜਨੀਤੀ ਦੇ ਵਿੱਚ ਵੀ ਸਾਡੇ ਜਿਹੜੇ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਆਗੂ ਆ, ਜਿਨ੍ਹਾਂ ਦੇ ਵਿੱਚ ਪ੍ਰਮੁੱਖਤਾ ਨਾਲ ਮੈਂ ਗੱਲ ਕਰਾਂ, ਸੁਖ ਧਾਲੀਵਾਲ ਜਿਹੜੇ MP ਨੇ, ਜਾਂ ਸਾਡੇ ਸਰਾਏ ਸਾਹਿਬ ਨੇ, ਜਾਂ ਹੋਰ ਵੀ ਇੱਥੋਂ ਦੇ ਲੋਕਲ MP ਜਾਂ MLAs ਹੈਗੇ ਨੇ ਕਾਫੀ, ਜਿਹੜੇ ਸਾਡੀ ਪੰਜਾਬੀ ਨੂੰ ਜਿੱਥੇ ਜਿੱਥੇ ਉਹ ਲੋੜ ਪੈਂਦੀ ਉਹਨੂੰ ਰਿਪਰੈਜ਼ੈਂਟ ਕਰਦੇ ਆ। ਅਸੀਂ ਤੁਹਾਡੇ ਕੋਲ ਇਹ ਜਾਣਕਾਰੀ ਜਾਣਨਾ ਚਾਹੁੰਦੇ ਹਾਂ ਵੀ ਤੁਹਾਡੀ ਕਿਸੇ ਵੀ ਸਾਡੇ ਜਿਹੜੇ MP ਜਿਹੜੇ ਸਾਡੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਹੈ, ਉਹਨਾਂ ਨਾਲ ਗੱਲ ਹੋਈ ਜਾਂ ਉਹ ਸਾਡੀ ਕਿਸ ਤਰ੍ਹਾਂ ਦੀ ਹੈਲਪ ਕਰ ਰਹੇ ਆ? ਹੈਲਪ ਸਰ ਇੱਦਾਂ ਜੀ, ਕਿਉਂਕਿ ਪਹਿਲੀ ਗੱਲ ਤਾਂ ਜੀ ਜਿੱਦਾਂ ਤੁਸੀਂ ਨਾਮ ਲਿਆ ਸੁਖ ਧਾਲੀਵਾਲ ਜੀ ਦਾ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਨਾਂ ਸਾਨੂੰ ਦੱਸਣ ਦੀ ਜ਼ਰੂਰਤ ਹੈ। ਪੂਰਾ ਜੱਗ ਹੀ ਉਹਨਾਂ ਦੇ ਨਾਮ ਨੂੰ ਜਾਣੂ ਹੈ ਜੀ। ਔਰ ਉਹਨਾਂ ਨੇ ਹਰ ਦੁੱਖ ਦੀ ਘੜੀ ਸਿਰਫ ਸਾਡੇ ਸੱਭਿਆਚਾਰ, ਸਾਡੇ ਕਲਚਰ ਲਈ ਨਹੀਂ, ਉਹਨਾਂ ਨੇ ਹਰ ਇੱਕ ਕਲਚਰ ਲਈ, ਹਰ ਇੱਕ ਨਾਗਰਿਕ ਲਈ ਅੱਗੇ ਵੱਧ ਕੇ ਹਰ ਦੁੱਖ ਸੁੱਖ 'ਚ ਉਹਨਾਂ ਨੇ ਸਾਂਝਾ ਕੀਤਾ ਜੀ। ਔਰ ਦੂਜੀ ਗੱਲ, ਸਾਨੂੰ ਉਹਨਾਂ ਨੇ ਇੱਦਾਂ ਦਾ ਹਜੇ ਤੱਕ ਸਾਨੂੰ ਉਹਨਾਂ ਨੇ ਕੁਝ ਨਹੀਂ ਕਿਹਾ। ਸਿਰਫ ਇੱਕ ਜੋ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਨਿਊਜ਼ ਦੇ ਵਿੱਚ ਸੋਰਸਿਸ ਥਰੂ ਸਾਨੂੰ ਪਤਾ ਲੱਗਿਆ, ਸਰਾਏ ਸਾਹਿਬ ਜੀ ਨੇ ਇਸ ਚੀਜ਼ ਨੂੰ ਕਿਹਾ ਵਾ ਕਿ ਉਹ ਇਸ ਚੀਜ਼ ਨੂੰ ਐਗਰੀ ਨੇ। ਆਪਣਾ ਜੋ ਵੀ ਸਾਡਾ ਮੈਮੋਰੈਂਡਮ ਹੋਊਗਾ ਕਿ ਅਸੀਂ ਉਹਨਾਂ ਨੂੰ ਪਟੀਸ਼ਨ ਸਬਮਿਟ ਕਰਾਂਗੇ। ਉਸ ਤੋਂ ਬਾਅਦ ਸੁਖ ਧਾਲੀਵਾਲ ਜੀ, ਉਹਨਾਂ ਨੇ ਹਰ ਵੇਲੇ, ਹਰ ਦੁੱਖ ਦੀ ਘੜੀ 'ਚ, ਹਰ ਕਿਸੇ ਦੇ ਵਰਗ ਦੇ ਵਿੱਚ ਅੱਗੇ ਜਾ ਕੇ ਉਹਨਾਂ ਨੇ ਵੱਧ ਚੜ੍ਹ ਕੇ ਆਪਣਾ ਹਿੱਸਾ, ਯੋਗਦਾਨ ਪਾਇਆ। ਮੈਨੂੰ ਲੱਗਦਾ ਵੀ ਬੋਰਡ ਨੇ ਜੀ ਇੱਥੇ ਆਪਣੇ ਪੰਜਾਬੀ ਸੱਭਿਆਚਾਰ ਦੇ, ਬਟ ਫਿਰ ਵੀ ਜਿਹੜੀ ਸਾਡੀ ਅੱਗੇ ਸੋਚ ਆ ਜੀ, ਅੱਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨਾਲ ਰਾਬਤਾ ਕਰਨ ਲਈ ਵੀ ਅਸੀਂ ਇਹ ਮੈਨੂਅਲ ਸਾਈਨ ਕਰਵਾ ਚੁੱਕੇ ਹਾਂ, ਜਾਂ ਅਸੀਂ ਫॉर ਟਾਈਮ ਬਿੰਗ
ਉਹਨਾਂ ਨੂੰ ਇਹੀ ਸਬਮਿਟ ਕਰ ਲਈਏ। ਉਸ ਤੋਂ ਬਾਅਦ ਜਿਹੜੀ ਆਨਲਾਈਨ ਚੱਲ ਰਹੀ ਹੈ, ਜਿੱਦਾਂ ਉਹਨਾਂ ਦੇ ਸੈਸ਼ਨਸ ਜਿਹੜੇ ਨੇੜੇ ਆਉਣਗੇ ਅਸੀਂ ਉਹਨਾਂ ਨੂੰ ਕੰਟੈਕਟ ਕਰਕੇ ਅਸੀਂ ਜਿਹੜਾ ਸਾਡਾ ਆਨਲਾਈਨ ਜੋ ਪਟੀਸ਼ਨ ਦੇ ਸਿਗਨੇਚਰਸ ਹੋ ਚੁੱਕੇ ਨੇ ਅਸੀਂ ਉਹ ਵੀ ਆਨਲਾਈਨ ਡਾਟਾ ਉਹਨਾਂ ਨੂੰ ਹੈਂਡਓਵਰ ਕਰਾਂਗੇ, ਤਾਂ ਕਿ ਉਹ ਸਾਡੀ ਪਾਰਲੀਮੈਂਟ 'ਚ ਜਾ ਕੇ ਅਸੀਂ ਰਿਕੁਐਸਟ ਕਰਦੇ ਹਾਂ। ਰਿਕੁਐਸਟ ਸਾਡੀ ਸਾਰੀ ਟੀਮ ਦੀ ਹੋਪ ਵੈਲਫੇਅਰ ਸੁਸਾਇਟੀ ਦੀ ਸਿਰਫ ਇੱਕ ਰਿਕੁਐਸਟ ਆ ਕਿ ਸਾਡਾ ਮੁੱਦਾ ਜੋ ਹੈ ਕਿ ਸਾਡੀ ਰਿਕੁਐਸਟ ਆ ਇਹ ਅੱਗੇ ਗਵਰਨਮੈਂਟ ਤੇ ਜਸਟਿਨ ਟਰੂਡੋ ਜੀ ਨੂੰ ਰੱਖਿਆ ਜਾਵੇ। ਔਰ ਜਸਟਿਨ ਟਰੂਡੋ ਜੀ ਨੇ ਵੀ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਵਿਤਕਰਾ ਕੀਤਾ, ਉਹਨਾਂ ਨੇ ਵੀ ਹਰ ਤਰ੍ਹਾਂ ਹਰ ਵਰਗ ਦੀ ਹਰ ਤਰ੍ਹਾਂ ਦੀ ਹੈਲਪ ਕੀਤੀ ਆ। ਇਹ ਪਟੀਸ਼ਨ ਅਸੀਂ ਉਹਨਾਂ ਨੂੰ ਹੈਂਡਓਵਰ ਕਰਾਂਗੇ। ਉਸ ਤੋਂ ਬਾਅਦ ਸੁਖ ਧਾਲੀਵਾਲ ਜੀ, ਬਾਕੀ ਸਰਾਈ ਸਾਹਿਬ ਜੀ ਨਾਲ ਵੀ ਗੱਲ ਹੋਈ, ਉਹਨਾਂ ਨਾਲ ਵੀ ਸਾਡੀ MP ਸਭਾ ਨਾਲ ਗੱਲ ਹੋਈ ਆ, ਤੇ ਉਹ ਅੱਗੇ ਸਾਡੀ ਪਟੀਸ਼ਨ ਸਬਮਿਟ ਕਰਨਗੇ। ਅਸੀਂ ਸਮੇਂ ਦੀ ਵੇਟ ਕਰ ਰਹੇ ਹਾਂ ਜੀ, ਜਦੋਂ ਉਹਨਾਂ ਦਾ ਸੈਸ਼ਨ ਜੋ ਵੀ ਸਟਾਰਟ ਹੁੰਦੇ ਆ। ਦਰਸ਼ਕੋ, ਇਹਨਾਂ ਨੇ ਗੱਲ ਕੀਤੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣਾਂ ਦੀ, ਜਿਨ੍ਹਾਂ ਨੇ ਸਮੇਂ-ਸਮੇਂ ਸਿਰ ਜਿਨ੍ਹਾਂ ਦਾ ਟਰੂਡੋ ਪਰਿਵਾਰ ਦੇ ਉੱਤੇ ਇੱਕ ਹਮੇਸ਼ਾ ਇਹ ਇੱਕ ਸਿਹਰਾ ਲੱਗਦਾ ਰਿਹਾ ਵਾ ਵੀ ਉਹਨਾਂ ਨੇ ਇਮੀਗ੍ਰੈਂਟਸ ਦੀ ਹਮੇਸ਼ਾ ਹੈਲਪ ਕੀਤੀ ਆ। ਅੱਜ ਤੱਕ ਇਮੀਗ੍ਰੈਂਟਸ ਨੂੰ ਜੇ ਕਿਸੇ ਨੇ ਮੋਟੀਵੇਟ ਕੀਤਾ ਤਾਂ ਉਹ ਸਿਰਫ ਇੱਕ ਟਰੂਡੋ ਪਰਿਵਾਰ ਕੈਨੇਡਾ ਦੇ ਵਿੱਚ। ਆਪਾਂ ਗੱਲ ਕਰਨ ਜਾ ਰਹੇ ਹਾਂ ਸਰਦਾਰ ਮਨਪ੍ਰੀਤ ਸਿੰਘ ਹੁਣਾਂ ਨੇ, ਜਿਹੜੇ ਹੋਪ ਵੈਲਫੇਅਰ ਸੁਸਾਇਟੀ ਦੇ ਨਾਲ ਹੀ ਇੱਥੇ ਐਜ਼ ਏ ਵਲੰਟੀਅਰ ਕੰਮ ਕਰਦੇ ਪਏ ਆ। ਤੁਸੀਂ ਸਾਡੇ ਦਰਸ਼ਕਾਂ ਨੂੰ ਪਲੀਜ਼ ਇੰਨਾ ਕੁ ਦੱਸੋ ਵੀ ਜਿਹੜੀ ਆਪਾਂ ਇਹ ਪਟੀਸ਼ਨ ਸਾਈਨ ਹੋ ਰਹੀ ਹੈ ਹੁਣ ਆਨਲਾਈਨ ਸਟਾਰਟ ਹੋਈ ਆ, ਇਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਵੀ ਕਿੰਨਾ ਕੁ ਅਸਰ ਰਹੂਗਾ ਸਰਕਾਰ ਦੇ ਉੱਤੇ, ਜਾਂ ਇਹਦਾ ਕਿੰਨਾ ਕੁ ਆਪਾਂ ਦਬਾਅ ਪਾ ਸਕਦੇ ਹਾਂ, ਜਾਂ ਇਹ ਕਿੱਦਾਂ ਦਾ ਆਪਾਂ ਹੋਪਫੁਲੀ ਉਹਨਾਂ ਤੋਂ ਚਾਹੁੰਦੇ ਹਾਂ ਵੀ ਕੀ ਉਹ ਸਾਡੇ ਲਈ ਕਰ ਸਕਦੇ ਸਰਕਾਰ। ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੇ ਡੇਲੀ ਪੋਸਟ ਦੀ ਟੀਮ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੇਖੋ ਜੀ, ਜਿਹੜੀ ਪਟੀਸ਼ਨ ਅਸੀਂ ਕਰਵਾ ਰਹੇ ਹਾਂ ਇਹਦਾ ਬਹੁਤ ਭਰਵਾਂ ਹੁੰਗਾਰਾ ਸਾਨੂੰ ਮਿਲ ਰਿਹਾ ਤੇ ਬਹੁਤ ਲੋਕ ਵੱਧ ਚੜ੍ਹ ਕੇ ਸਾਨੂੰ ਸਾਥ ਦੇ ਰਹੇ ਨੇ ਇਸ ਚੀਜ਼ 'ਤੇ। ਤੇ ਜਿੱਦਾਂ ਕਿ ਤੁਸੀਂ ਮੇਰੇ ਸਾਥੀ ਨੇ ਪਹਿਲਾਂ ਦੱਸਿਆ ਕਿ ਆਨਲਾਈਨ ਪਟੀਸ਼ਨ ਅਸੀਂ ਜਾਰੀ ਕੀਤੀ, ਇਸ ਤੋਂ ਪਹਿਲਾਂ ਫਿਜ਼ੀਕਲ ਹੋਈ ਹੈ, 4,500 ਤੋਂ ਵੱਧ ਸਾਨੂੰ ਸਾਈਨ ਮਿਲੇ ਨੇ, ਤੇ ਹੁਣ ਆਨਲਾਈਨ ਪਟੀਸ਼ਨ ਵੀ 13,000 ਤੋਂ ਉੱਪਰ ਜਾਰੀ ਹੈ। ਆਲਮੋਸਟ ਆਪਾਂ ਐਵਰੀ ਸੈਕਿੰਡ ਵੱਧ ਰਹੇ ਨੇ। ਮੈਂ ਤੁਹਾਨੂੰ ਇੱਕ ਸੈਟ ਬਿਲਕੁਲ ਠੀਕ ਅਮਾਊਂਟ ਦਾ ਦੇ ਨਹੀਂ ਸਕਦਾ, ਲੇਕਿਨ 13,000 ਤੋਂ ਉੱਪਰ ਹੈ। ਤੇ ਇਸ ਪਟੀਸ਼ਨ ਦੇ ਵਿੱਚ ਸਾਈਨ ਸਾਰੇ ਪੂਰੇ ਆਲ ਓਵਰ ਕੈਨੇਡਾ ਤੋਂ ਲੋਕ ਸਾਈਨ ਕਰ ਰਹੇ ਨੇ, ਤੇ ਇਹ ਪਟੀਸ਼ਨ ਇੱਦਾਂ ਹੀ ਚੱਲਦੀ ਰਹੇਗੀ। ਪਹਿਲਾਂ ਤਾਂ ਅਸੀਂ ਇਹਦੀ ਇੱਕ ਡੈਡਲਾਈਨ ਰੱਖੀ ਸੀਗੀ, ਪਰ ਹੁਣ ਸੈਸ਼ਨ ਕਾਫੀ ਲੇਟ ਹੋ ਗਿਆ, ਜਿਸ ਕਰਕੇ ਹਾਲੇ ਤੱਕ ਕੰਟੀਨਿਊ ਚੱਲਦੀ ਰਹੇਗੀ। ਜਿਹੜੇ ਸਰਕਾਰ ਦੇ ਵਿੱਚ ਸਾਡੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਤੱਕ ਤੁਸੀਂ ਕੋਈ ਹਜੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ? ਹਾਂਜੀ, ਇਮੀਗ੍ਰੇਸ਼ਨ ਮਿਨਿਸਟਰ ਤੱਕ ਅਸੀਂ ਮੇਲਸ ਕੀਤੀਆਂ ਨੇ, ਤੇ ਇਹ ਪਟੀਸ਼ਨ ਦੀ ਜਿਹੜੀ ਕਾਪੀ ਆ ਅਸੀਂ ਜਿਹੜੇ ਫਿਜ਼ੀਕਲ ਡਾਕੂਮੈਂਟ ਨੇ ਇਹ ਇੱਕ ਸਟਰੋਂਗ ਫਾਈਲ, ਇੱਕ ਕੌਨਫੀਡੈਂਸ਼ੀਅਲ ਫਾਈਲ ਬਣਾ ਕੇ ਉਹਨਾਂ ਤੱਕ ਪਹੁੰਚਾਈ ਜਾਵੇਗੀ। ਤੇ ਜਿਹੜੇ ਅਸੀਂ ਆਨਲਾਈਨ ਕਰਵਾ ਰਹੇ ਹਾਂ ਸਾਈਨ ਲੈ ਰਹੇ ਹਾਂ, ਉਹਦਾ ਡੇਟਾ ਵੀ ਅਸੀਂ ਉਹਨਾਂ ਨੂੰ ਆਨਲਾਈਨ ਕਿਸੇ ਨਾ ਜੋ ਬੈਸਟ ਜ਼ਰੀਆ ਹੋਊਗਾ ਉਸ ਜ਼ਰੀਏ ਦੇ ਥਰੂ ਅਸੀਂ ਉਹਨਾਂ ਨੂੰ ਭੇਜਾਂਗੇ। ਤੇ ਜਿੱਦਾਂ ਹੀ ਕੰਟੈਕਟ ਹੁੰਦਾ ਅਸੀਂ ਉਹਨਾਂ 'ਤੇ ਪਰਸਨਲੀ ਟਾਈਮ ਲੈ ਕੇ ਫਿਰ ਹੀ ਅਸੀਂ ਇਹ ਚੀਜ਼ ਅੱਗੇ ਕਰਾਂਗੇ। ਜਿਵੇਂ ਕਿ ਤੁਸੀਂ ਇਹ ਦੱਸਿਆ ਵੀ ਹੋਪ ਵੈਲਫੇਅਰ ਸੁਸਾਇਟੀ ਨੂੰ ਤੁਸੀਂ ਰਜਿਸਟਰ ਕਰਾ ਲਿਆ, ਇਹਦੇ ਵਿੱਚ ਤੁਸੀਂ ਲੀਗਲ ਬੇਸ ਤੇ ਜਾਂ ਲੀਗਲ ਪੈਨਲ ਦੇ ਉੱਤੇ ਕੋਈ ਆਪਣੇ ਨਾਲ ਵਕੀਲਾਂ ਨੂੰ ਵੀ ਜੋੜਿਆ ਹੋਇਆ ਜਿਹੜੀ ਤੁਹਾਡੀ ਗੱਲ ਜਿਹੜੀ ਸਰਕਾਰ ਤੱਕ ਕਰ ਰਹੇ ਹੋ? ਹਾਂਜੀ, ਬਿਲਕੁਲ ਜੀ। ਦੇਖੋ, ਅਸੀਂ ਸ਼ੁਰੂ ਤੋਂ ਹੀ ਡੇ 1 ਤੋਂ ਅਸੀਂ ਇੱਕ ਮਾਹਿਰ ਵਕੀਲ ਨੇ ਸਰੀ ਦੇ ਅਮਿਤ ਵਰਮਾ ਜੀ, ਉਹਨਾਂ ਦੀ ਸਲਾਹ ਨਾਲ ਹੀ ਚੱਲ ਰਹੇ ਹਾਂ। ਬਿਕਾਜ਼ ਇਹ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ, ਸੁਸਾਇਟੀ ਚਲਾਉਣੀ ਤੇ ਲੋਕਾਂ ਦੇ ਮੁੱਦੇ ਚੱਕਣੇ, ਉਹਨਾਂ ਨੂੰ ਅੱਗੇ ਤੱਕ ਲੈ ਕੇ ਜਾਣਾ। ਸਭ ਤੋਂ ਵੱਡੀ ਗੱਲ ਲੋਕਾਂ ਦਾ ਤੁਹਾਡੇ 'ਤੇ ਵਿਸ਼ਵਾਸ ਬਣ ਜਾਂਦਾ। ਲੋਕੀ ਤੁਹਾਨੂੰ ਆਪਣੀਆਂ ਇਨਫੋਰਮੇਸ਼ਨਸ ਦਿੰਦੇ ਨੇ ਜਿਹੜੀਆਂ ਕਿ ਇੱਕ ਡੇਟੇ ਵਜੋਂ ਯੂਜ਼ ਕੀਤੀਆਂ ਜਾ ਸਕਦੀਆਂ ਨੇ। ਸੋ ਅਸੀਂ ਇੱਕ ਬਹੁਤ ਹੀ ਵਧੀਆ ਤੇ ਕੌਨਫੀਡੈਂਸ਼ੀਅਲ ਤਰੀਕੇ ਨਾਲ ਸਲਾਹ ਲੈ ਕੇ ਹੀ ਹਰ ਇੱਕ ਸਟੈਪ ਬਾਏ ਸਟੈਪ ਕੰਮ ਕਰ ਰਹੇ ਹਾਂ, ਤੇ ਉਹ ਵਕੀਲ ਹੀ ਜਿਹੜੇ ਸਾਡੇ ਲਾਇਰ ਨੇ ਉਹੀ ਅੱਗੇ ਮੇਨ ਲੀਡ 'ਤੇ ਕੰਮ ਕਰਕੇ ਕਨੈਕਸ਼ਨ ਕਾਇਮ ਕਰ ਰਹੇ ਨੇ। ਤੇ ਜਿੱਦਾਂ ਸਾਨੂੰ ਟਾਈਮ ਮਿਲਦਾ ਅਸੀਂ ਸਾਰਿਆਂ ਨੂੰ ਮਿਲਦੇ ਗਏ, ਜਿੱਦਾਂ MPs ਹੋ ਗਏ ਜਾਂ ਮਿਨਿਸਟਰਸ ਹੋ ਗਏ। ਹਾਂਜੀ, ਹੋਪ ਵੈਲਫੇਅਰ ਸੁਸਾਇਟੀ ਵੱਲੋਂ ਦਰਸ਼ਕੋ ਇਹ ਗੱਲ ਕੀਤੀ ਜਾ ਰਹੀ ਆ ਵੀ ਜਿਹੜੇ ਕੱਚੇ ਬੰਦੇ ਆ, ਮੈਂ ਪਹਿਲਾਂ ਵੀ ਜਿੱਦਾਂ ਦੱਸ ਚੁੱਕਾ ਵੀ ਭਾਵੇਂ ਉਹ ਵਰਕ ਪਰਮਿਟ ਹੋਲਡਰ ਨੇ, ਭਾਵੇਂ ਉਹ ਸਟੂਡੈਂਟ ਤੋਂ ਵਰਕ ਪਰਮਿਟ ਤੇ ਆਏ ਨੇ, ਭਾਵੇਂ ਉਹ ਸਿੱਧਾ ਇੰਡੀਆ ਤੋਂ ਵਰਕ ਪਰਮਿਟ ਤੇ ਆਏ ਨੇ, ਜਿਹੜੀਆਂ ਵੱਖ-ਵੱਖ ਕਮਿਊਨਿਟੀਜ਼ ਆ ਉਹ ਵੀ ਇਹਨਾਂ ਨੂੰ ਸਪੋਰਟ ਕਰਨੀਆਂ। ਇਕੱਲੇ ਪੰਜਾਬੀ ਭਾਈਚਾਰੇ ਦੀ ਨਹੀਂ ਆਪਾਂ ਗੱਲ ਕਰ ਰਹੇ, ਆਪਾਂ ਹੋਰ ਵੀ ਬਾਕੀ ਦੀਆਂ ਜਿਹੜੀਆਂ ਕਮਿਊਨਿਟੀਜ਼ ਆ ਉਹ ਵੀ ਇਹਨਾਂ ਨੂੰ ਸਪੋਰਟ ਕਰ ਰਹੀਆਂ। ਆਪਾਂ ਗੱਲ ਕਰਾਂਗੇ ਇਹਨਾਂ ਦੇ ਵਲੰਟੀਅਰ ਹੋਣਾ ਦੇ ਨਾਲ, ਜਿਹੜੀਆਂ ਬਾਕੀ ਦੀਆਂ ਕਮਿਊਨਿਟੀਜ਼ ਆ ਜਿੱਦਾਂ ਚਾਈਨੀਜ਼ ਹੋਏ ਜਾਂ ਹੋਰ ਜਿਹੜੀਆਂ ਅਫਰੀਕਨ ਕਮਿਊਨਿਟੀਜ਼ ਆ ਉਹ ਵੀ ਇੱਥੇ ਬਹੁਤ ਸਾਰੀਆਂ ਇੱਥੇ ਵਰਕ ਪਰਮਿਟ 'ਤੇ ਕੰਮ ਕਰ ਰਹੀਆਂ। ਤੁਹਾਨੂੰ ਕਿੰਨੀ ਕੁ ਸਪੋਰਟ ਹੈ ਉਹਨਾਂ ਦੀ? ਹਾਂਜੀ, ਦੇਖੋ ਜੀ, ਕੈਨੇਡਾ ਮਲਟੀਕਲਚਰਲ ਕੰਟਰੀ ਹੈ, ਇਹਦੇ ਵਿੱਚ ਹਰ ਤਰ੍ਹਾਂ ਦੇ ਲੋਕਾਂ ਨੂੰ ਖੁੱਲ੍ਹਾ ਸਵਾਗਤ ਕੀਤਾ ਜਾਂਦਾ ਇਸ ਕੰਟਰੀ ਵਿੱਚ, ਤਾਂ ਹੀ ਦੁਨੀਆ ਦੇ ਵਿੱਚ ਇਹ ਮਸ਼ਹੂਰ ਹੈ। ਤੇ ਇਸ ਪੈਂਡੈਮਿਕ ਦੇ ਵਿੱਚ ਅਸੀਂ ਜਿਹੜੀ ਰਿਕੁਐਸਟ ਪਟੀਸ਼ਨ ਸਾਈਨ ਕਰਵਾ ਰਹੇ ਹਾਂ ਉਹ ਸਿਰਫ ਇੰਡੀਅਨ ਵਾਸਤੇ ਨਹੀਂ ਹੈਗੀ ਜਾਂ ਪੰਜਾਬੀਆਂ ਵਾਸਤੇ ਨਹੀਂ ਆ, ਉਹ ਜਿਨ੍ਹਾਂ ਨੇ ਵੀ ਕੰਟਰੀ ਵਿੱਚ ਕੰਟਰੀਬਿਊਟ ਕੀਤਾ, ਜਿਹੜੇ ਲੋਕ ਇੱਥੇ ਰਹਿ ਰਹੇ ਨੇ, ਚਾਹੇ ਉਹ ਕਿਸੇ ਵੀ ਮਜ਼ਹਬ ਦੇ ਜਾਂ ਕਿਸੇ ਵੀ ਜ਼ੁਬਾਨ ਦੇ ਲੋਕ ਨੇ, ਸਾਰੇ ਅੱਗੇ ਸਾਈਨ ਕਰ ਸਕਦੇ ਨੇ। ਤੇ ਅਸੀਂ ਡੇ 1 ਤੋਂ ਹੀ ਇਹ ਰਿਕੁਐਸਟ ਕਰ ਰਹੇ ਹਾਂ, ਹੁੰਗਾਰਾ ਦੇ ਰਹੇ ਹਾਂ ਕਿ ਲੋਕ ਇੱਥੇ ਆਉਣ ਤੇ ਸਾਈਨ ਕਰਨ ਤੇ ਵੱਧ ਤੋਂ ਵੱਧ ਲੋਕ ਗਵਰਨਮੈਂਟ ਤੱਕ ਆਪਣੀ ਪਟੀਸ਼ਨ ਤੇ ਆਪਣੀ ਮੰਗ ਪਹੁੰਚਾਉਣ। ਅਖੀਰ ਤੇ ਤੁਸੀਂ ਸਾਡੇ ਦਰਸ਼ਕਾਂ ਰਾਹੀਂ, ਸਾਡੇ ਚੈਨਲ ਰਾਹੀਂ ਕੀ ਸੁਨੇਹਾ ਦੇਣਾ ਚਾਹੁੰਦੇ? ਹਾਂਜੀ,
ਇੱਕ ਬਹੁਤ ਅਹਿਮ ਗੱਲ ਹੈ ਜੀ ਜੋ ਮੈਂ ਦੱਸਣੀ ਚਾਹ ਰਿਹਾ ਕਿ ਅਸੀਂ 15 ਤਰੀਕ ਅਗਲੇ ਮਹੀਨੇ ਦੀ ਸਤੰਬਰ ਦੀ 15 ਤਰੀਕ ਦਿਨ ਮੰਗਲਵਾਰ ਇੱਕ ਤਰੀਕ ਸੈੱਟ ਕੀਤੀ ਹੋਈ ਹੈ ਕਿ ਅਸੀਂ ਆਪਣੇ ਜੋ ਜਿਹੜੇ ਜਿੱਦਾਂ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਲਿੰਕ ਦੇ ਵਿੱਚ, ਚਾਹੇ ਉਹ WhatsApp ਦੇ ਥਰੂ ਹੈ ਜਾਂ ਫਿਰ ਇੰਸਟਾ ਜਾਂ ਫੇਸਬੁੱਕ ਜਾਂ TikTok ਦੇ ਥਰੂ ਜੁੜੇ ਹੈ, ਤੁਸੀਂ ਇਦਾਂ ਹੀ ਸਾਡੇ ਨਾਲ ਜੁੜੇ ਰਹੋ। ਅਸੀਂ 15 ਤਰੀਕ ਨੂੰ ਇੱਕ ਮੈਟਰ ਜਾਰੀ ਕਰ ਰਹੇ ਹਾਂ ਤੇ ਨਾਲ ਉਹਦੇ ਥੱਲੇ ਮੈਟਰ ਦੇ ਨਾਲ ਅਸੀਂ PM ਜਸਟਿਨ ਟਰੂਡੋ ਦੀ ਈਮੇਲ ਆਈਡੀ ਦਿੱਤੀ ਹੋਊਗੀ ਤੇ ਨਾਲ ਹੀ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਂਡੀਚੀਨੋ ਦੀ ਈਮੇਲ ਦਿੱਤੀ ਹੋਊਗੀ। ਤੁਸੀਂ ਪਰਸਨਲੀ ਉਸ ਮੈਟਰ ਨੂੰ ਆਪਣੀ ਈਮੇਲ ਆਈਡੀ ਤੋਂ ਉਹਨਾਂ ਨੂੰ ਈਮੇਲ ਕਰੋ ਤਾਂ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਇਹ ਆਵਾਜ਼ ਕਿਸੇ ਤਰੀਕੇ ਨਾਲ ਉਹਨਾਂ ਤੱਕ ਨਾ ਪਹੁੰਚੇ, ਹਰ ਇੱਕ ਤਰੀਕੇ ਨਾਲ, ਬਿਕੋਜ਼ ਉਹ ਲੋਕ ਬਹੁਤ ਬਿਜ਼ੀ ਨੇ। ਇੱਕ ਦੇਸ਼ ਨੂੰ ਚਲਾਉਣਾ ਕੋਈ ਆਸਾਨ ਗੱਲ ਤਾਂ ਹੈ ਨਹੀਂ, ਪਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਇਹ ਮੁਹਿੰਮ ਜਿਹੜੀ ਆ ਉਹਨਾਂ ਤੱਕ ਪਹੁੰਚੇ ਤੇ ਉਹ ਇਸ ਚੀਜ਼ ਤੇ ਕੋਈ ਅਹਿਮ ਢੁਕਵਾਂ ਫੈਸਲਾ ਲੈ ਸਕਣ। ਦਰਸ਼ਕੋ, ਪਿਛਲੇ ਲੰਬੇ ਸਮੇਂ ਤੋਂ ਜੇ ਆਪਾਂ ਗੱਲ ਕਰੀਏ ਪਿਛਲੇ 4-5 ਸਾਲਾਂ ਦੀ ਸਪੈਸ਼ਲੀ, ਤਾਂ ਇੱਥੇ ਸਟੂਡੈਂਟਸ ਬਹੁਤ ਆਏ ਨੇ। ਤੁਹਾਨੂੰ ਵੀ ਪਤਾ ਵਿਦਿਆਰਥੀ ਵਰਗ ਬਹੁਤ ਵੱਡਾ ਸਾਡਾ ਇੱਥੇ ਯੂਨੀਵਰਸਿਟੀਆਂ ਦੇ ਵਿੱਚ, ਕਾਲਜਿਸ ਦੇ ਵਿੱਚ। ਅੱਜ ਕੱਲ੍ਹ ਤਾਂ +2 ਕਰਨ ਤੋਂ ਬਾਅਦ 'ਚ ਹਰ ਬੱਚੇ ਦੀ ਇਹ ਖਾਹਿਸ਼ ਹੁੰਦੀ ਆ ਕਿ ਉਹ ਆਈਲੈਟਸ ਕਰੇ ਤੇ ਜਲਦ ਤੋਂ ਜਲਦ ਕੈਨੇਡਾ ਪਹੁੰਚੇ, ਕੈਨੇਡਾ ਵਿੱਚ ਜਾ ਕੇ ਆਪਣੀ ਪੜ੍ਹਾਈ ਜਿਹੜੀ ਉਚੇਰੀ ਸਿੱਖਿਆ ਜਿਹੜੀ ਆ ਉਹਨੂੰ ਸਟਾਰਟ ਕਰੇ। ਸਾਡੇ ਨਾਲ ਸਟੂਡੈਂਟ ਵਰਗ ਤੋਂ ਇੱਥੇ ਅਰਸ਼ਦੀਪ ਸਿੰਘ ਉਹ ਆਏ ਹੋਏ ਨੇ, ਉਹ ਆਪਣੇ ਨਾਲ ਗੱਲਬਾਤ ਕਰਨਗੇ। ਅਰਸ਼ਦੀਪ ਜੀ, ਕੀ ਜਿਹੜਾ ਇਹ ਮੁੱਦਾ ਚੱਕਿਆ ਹੋਪ ਵੈਲਫੇਅਰ ਸੁਸਾਇਟੀ ਨੇ, ਉਹਦੇ ਵਿੱਚ ਸਟੂਡੈਂਟਸ ਨੂੰ ਵੀ ਇਨਵੋਲਵ ਕਰ ਰਹੇ ਨੇ, ਤੁਹਾਨੂੰ ਕਿੰਨਾ ਕੁ ਲੱਗਦਾ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਸਾਰਥਕ ਸਾਬਤ ਹੋਵੇਗਾ, ਕਿੰਨਾ ਕੁ ਇਹ ਸਕਸੈਸਫੁਲ ਹੋਣ ਦੀ ਤੁਹਾਨੂੰ ਲੱਗਦੀ ਹੈ? ਦਿੱਲੀ ਪੋਸਟਿੰਗ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੁਣ ਜਿਵੇਂ ਆਏ ਆ ਨਾ, ਪਹਿਲਾਂ ਸਾਡੇ ਕੋਲ 20 ਘੰਟੇ ਸੀਗਾ, ਓਨਲੀ 1 ਵੀਕ 'ਚ ਆਪਾਂ ਕੰਮ ਕਰ ਸਕਦੇ ਹਾਂ, ਬਟ ਕੋਵਿਡ-19 ਦੇ ਟਾਈਮ ਇਹਨਾਂ ਨੇ ਫੁੱਲ ਟਾਈਮ ਕਰ ਦਿੱਤਾ। ਜੋ ਸਾਰੇ ਸਟੂਡੈਂਟ ਭਾਈਚਾਰੇ ਨੇ ਕੰਮ ਕੀਤਾ, ਹੈਲਪ ਕੀਤੀ ਸਾਰਿਆਂ ਦੀ, ਉਹਨਾਂ ਨੇ ਆਪਣੀ ਲਾਈਫ ਰਿਸਕ 'ਤੇ ਕਰਕੇ ਕੰਮ ਕੀਤਾ ਵਾ। ਤੇ ਅਸੀਂ ਬਸ ਇਹੀ ਚਾਹੁੰਦੇ ਹਾਂ ਕਿ ਇਹ ਆਵਾਜ਼ ਹੋਰ ਮਜ਼ਬੂਤ ਕੀਤੀ ਜਾਵੇ। ਮੈਂ ਸਾਰੇ ਸਟੂਡੈਂਟ ਭਾਈਚਾਰੇ ਨੂੰ ਕਹਿਣਾ ਵਾ ਵੱਧ ਤੋਂ ਵੱਧ ਆ ਕੇ ਸਾਈਨ ਕੀਤੇ ਜਾਣ, ਇਸ ਕਰਕੇ ਸਾਡੀ ਜਿਹੜੀ ਆਵਾਜ਼ ਆ ਹੋਰ ਮਜ਼ਬੂਤ ਹੋ ਕੇ ਗੌਰਮੈਂਟ ਤੱਕ ਪਹੁੰਚੇ ਤੇ ਉਹ ਸੋਚ ਕੇ ਸਾਨੂੰ ਵਧੀਆ ਡਿਸੀਜਨ ਦਿੱਤਾ ਜਾਵੇ। ਸੋ ਹੋਪਫੁਲੀ ਜਿੱਥੇ ਇਹਨਾਂ ਨੇ ਗੱਲ ਕੀਤੀ ਆ ਵੀ ਸਟੂਡੈਂਟਸ ਵੱਧ ਤੋਂ ਵੱਧ ਅੱਗੇ ਆਉਣ, ਮੈਂ ਵੀ ਇਹ ਗੱਲ ਕਰੂੰਗਾ ਵੀ ਜਿੱਥੇ ਸਟੂਡੈਂਟ ਵਰਗ ਇੱਥੇ ਬਹੁਤ ਵੱਡਾ ਆਇਆ ਹੋਇਆ, ਉਹ ਆਪਣੀ ਹਰ ਟ੍ਰੇਡ ਦੇ ਵਿੱਚ ਸਟਰਗਲ ਕਰ ਰਿਹਾ, ਭਾਵੇਂ ਉਹ ਕੰਸਟਰਕਸ਼ਨ ਲਾਈਨ ਦੀ ਗੱਲ ਕਰੀਏ, ਭਾਵੇਂ ਉਹ ਫੂਡ ਚੇਨ ਦੀ ਗੱਲ ਕਰੀਏ, ਹਰ ਵਰਗ ਦੇ ਵਿੱਚ ਜਿਹੜਾ ਸਟੂਡੈਂਟ ਹੈ ਉਹ ਕੰਮ ਕਰਦਾ ਤੁਹਾਨੂੰ ਇੱਥੇ ਕੈਨੇਡਾ ਦੇ ਵਿੱਚ ਦਿਖਾਈ ਦੇਊਗਾ। ਬਹੁਤ ਵੱਡੀ ਸਟਰਗਲ, ਬਹੁਤ ਵੱਡਾ ਸਮਾਂ ਉਹ ਕੱਢ ਕੇ ਆਪਣੇ ਭੁੱਖੇ ਪੇਟ ਰਹਿ ਕੇ 20 ਘੰਟੇ ਦਾ ਸਿਰਫ ਸਰਕਾਰ ਵੱਲੋਂ ਕੀਤਾ ਜਾਂਦਾ ਉਹਨਾਂ ਨੂੰ ਸਿਰਫ ਸਰਵਾਈਵ ਕਰਨ ਦੇ ਲਈ। 20 ਘੰਟੇ ਦੇ ਵਿੱਚ ਸਕੂਲ ਦੀਆਂ ਫੀਸਾਂ ਵੀ ਪੇ ਕਰਨੀਆਂ, ਘਰ ਦੇ ਰੈਂਟ, ਗਰੋਸਰੀਆਂ, ਇਹ ਸਾਰਾ ਸਟਰਗਲ ਦਾ ਟਾਈਮ ਜਿਹੜਾ ਉਹ ਕੱਢ ਕੇ ਮੈਂ ਤੇ ਇਹ ਹੋਪ ਵੈਲਫੇਅਰ ਸੁਸਾਇਟੀ ਵੱਲੋਂ ਸਾਰਿਆਂ ਨੂੰ ਇੱਕ ਵਾਰ ਫਿਰ ਆਪਣੇ ਤੌਰ ਤੇ ਵੀ ਆਪਣੇ ਚੈਨਲ ਵੱਲੋਂ ਵੀ ਇਹ ਅਪੀਲ ਕਰੂੰਗਾ ਕਿ ਉਹ ਵੱਧ ਤੋਂ ਵੱਧ ਆ ਕੇ ਸਾਈਨ ਕਰਨ ਤੇ ਇਹਨਾਂ ਦੀ ਹੈਲਪ ਕਰਨ। ਜਿੱਥੇ ਇਹਨਾਂ ਨੇ ਆਪਣਾ ਨਾਮ ਹੋਪ ਵੈਲਫੇਅਰ ਸੁਸਾਇਟੀ ਰੱਖਿਆ, ਹੋਪਫੁਲੀ ਇਹ ਪਰਮਾਤਮਾ ਇਹਨਾਂ ਨੂੰ ਕਾਮਯਾਬੀ ਬਖਸ਼ੇ ਅਤੇ ਡੇਲੀ ਪੋਸਟ ਦੀ ਪੂਰੀ ਟੀਮ ਵੱਲੋਂ ਇਹਨਾਂ ਨੂੰ ਸ਼ੁਭ ਸ਼ਾਮਾਂ ਦਿੰਦਾ ਹੋਇਆ ਮੈਂ ਸਿਮਰਨਜੀਤ ਸਿੰਘ ਲਵਲੀ, ਭੁਪਿੰਦਰ ਸਿੰਘ ਰੂਪਰਾ ਕੈਮਰਾਮੈਨ ਦੇ ਨਾਲ, ਸਰੀ, ਕੈਨੇਡਾ ਤੋਂ।